ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੁਝ ਅਹਿਮ ਦੁਨੀਆ ਭਰ ਦੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ। ਸਭ ਤੋਂ ਪਹਿਲੀ ਖਬਰ, ਕੈਨੇਡਾ ਦੇ ਵਿੱਚ ਪੰਜਾਬੀ ਗੱਭਰੂ ਦੀ ਚੌੜ ਉਸ ਨੂੰ ਕਾਫੀ ਮਹਿੰਗੀ ਪਈ ਹੈ। ਇਹਦੇ ਤੇ ਗੱਲਬਾਤ ਕੀਤੀ ਜਾਏਗੀ। ਅਮਰੀਕਾ ਤੋਂ ਪਰਤੇ ਜਵਾਨ ਨੇ ਇੱਕ ਖੂਨੀ ਖੇਡ ਖੇਡੀ ਹੈ। ਭਾਰਤ ਨੇ ਕੌਮਾਂਤਰੀ ਉਡਾਨਾਂ ਤੇ ਲੱਗੀ ਪਾਬੰਦੀ ਦੀ ਮਿਆਦ ਦੇ ਵਿੱਚ ਵਾਧਾ ਕੀਤਾ ਹੈ। ਬਿਹਾਰ ਦੇ ਵਿੱਚ ਚੋਣਾਂ ਤੇ 34% ਉਮੀਦਵਾਰ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਨੇ। ਮਾਣਯੋਗ ਸੁਪਰੀਮ ਕੋਰਟ ਨੇ ਸਾਬਕਾ ਪੁਲਿਸ ਮੁਖੀ ਸੈਣੀ ਨੂੰ ਰਾਹਤ ਦੇ ਦਿੱਤੀ ਹੈ ਅਤੇ 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਦਾਦਾ ਪੋਤਾ ਜੇਲ੍ਹ ਭੇਜ ਦਿੱਤੇ ਗਏ ਨੇ। ਤੇ ਕਈ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰੀਏ, ਗੱਲਬਾਤ ਕਰਾਂ, ਬੇਨਤੀ ਹੈ ਕਿ ਜੇਕਰ ਵੀਡੀਓ ਦੇਖਣ ਤੋਂ ਬਾਅਦ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਪ੍ਰਵਾਨ ਕਰਿਓ, ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲਿਓ। ਸਭ ਤੋਂ ਪਹਿਲੀ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਹੈ। ਕਿਸੇ ਦਾ ਮਾਂ-ਬਾਪ, ਕਿਸੇ ਦੇ ਦਾਦਾ ਦਾਦੀ, ਕਿਸੇ ਦੇ ਨਾਨਾ ਨਾਨੀ ਕੈਨੇਡਾ ਦੇ ਵਿੱਚ ਪਹਿਲਾਂ ਆਏ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਉਹਨਾਂ ਨੇ ਪਰਿਵਾਰ ਬੁਲਾਏ। ਅਸਲ ਦੇ ਵਿੱਚ ਜਿਹੜੀ ਪਹਿਲੀ ਪੀੜ੍ਹੀ ਹੈ ਉਹ ਸਟਰਗਲ ਦੇ ਵਿੱਚ ਰਹਿੰਦੀ ਹੈ, ਸੰਘਰਸ਼ ਦੇ ਵਿੱਚ ਰਹਿੰਦੀ ਹੈ, ਪਰ ਜਦੋਂ ਅਗਲੀ ਪੀੜ੍ਹੀ ਇੱਥੇ ਜੰਮ ਪਲ ਜਾਵੇ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸਾਡੇ ਮਾਂ-ਬਾਪ ਨੇ, ਸਾਡੇ ਪੁਰਖਿਆਂ ਨੇ ਕਿਹੋ ਜਿਹੀਆਂ ਘਾਲਣਾਵਾਂ, ਕਿੰਨੀਆਂ ਕਿ ਤੰਗੀਆਂ ਪਰੇਸ਼ਾਨੀਆਂ ਝੱਲੀਆਂ ਤੇ ਫਿਰ ਕਿਤੇ ਆ ਫਲਦਾਰ ਸ਼ਾਨਦਾਰ ਬੂਟਾ ਲਾਇਆ। ਚੰਗੇ ਘਰ ਮਿਲ ਗਏ ਨੇ, ਚੰਗੀਆਂ ਕਾਰਾਂ ਮਿਲ ਗਈਆਂ ਨੇ, ਚੰਗੀਆਂ ਇੱਥੋਂ ਦੀਆਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਦੇ ਮੌਕੇ ਮਿਲ ਗਏ ਨੇ। ਪਰ ਜਿਹੜੇ ਬੱਚੇ ਅੱਜ ਆ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਪੜ੍ਹਾਈਆਂ ਵੀ ਕਰਦੇ ਆ ਤੇ ਨਾਲ ਸਖਤ ਕਮਾਈਆਂ ਵੀ ਕਰਦੇ ਆ, ਫਿਰ ਵੀ ਗੁਜ਼ਾਰੇ ਬੜੇ ਮੁਸ਼ਕਲ ਨੇ। ਪਰ ਐਬਸਫੋਰਡ ਦੇ ਵਿੱਚੋਂ ਜਿਹੜਾ ਵੈਨਕੂਵਰ ਦੇ ਬਿਲਕੁਲ ਨੇੜੇ ਸ਼ਹਿਰ ਪੈਂਦਾ, ਇੱਥੋਂ ਇੱਕ ਪੰਜਾਬੀ ਨੌਜਵਾਨ ਦੀ ਚੌੜ ਉਸ ਨੂੰ ਕਾਫੀ ਮਹਿੰਗੀ ਪਈ ਹੈ। ਅਸਲ ਦੇ ਵਿੱਚ 21 ਵਰ੍ਹਿਆਂ ਦਾ ਇਹ ਨੌਜਵਾਨ ਹੈ, ਡਰਾਈਵ ਕਰ ਰਿਹਾ ਸੀ ਤੇ ਇਹਨੇ ਇੱਕ ਹੋਰ ਵਿਅਕਤੀ ਦੇ ਉੱਤੇ ਪਿਸਤੌਲ ਤਾਣੀ ਹੈ। ਮਾਮਲਾ ਬੀਤੀ 23 ਤਰੀਕ ਦਾ, ਰਾਤ ਦੇ ਲਗਭਗ 1:30 ਵਜੇ ਹੋਇਆ ਸੀ ਤੇ ਐਬਸਫੋਰਡ ਪੁਲਿਸ ਨੇ ਦੱਸਿਆ ਕਿ 21 ਵਰ੍ਹਿਆਂ ਦੇ ਇਸ ਨੌਜਵਾਨ ਦਾ ਨਾਮ ਹੈ ਗੁਰਕੀਰਤ ਸਿੰਘ ਤੂਰ। ਕਿਰਾਏ ਤੇ ਲਈ ਹੋਈ ਸੀ ਗੱਡੀ, ਨਿਸ਼ਾਨ ਮਰਾਨੋ ਡਰਾਈਵ ਕਰ ਰਿਹਾ ਸੀ। ਜਦੋਂ ਐਬਸਫੋਰਡ ਦੇ ਟਾਊਨ ਲਾਈਨ ਰੋਡ ਅਤੇ ਸਦਰਨ ਡਰਾਈਵ ਦੇ ਨੇੜੇ ਗਿਆ ਤਾਂ ਉਸਨੇ ਇੱਕ ਹੋਰ ਡਰਾਈਵਰ ਦੇ ਉੱਪਰ ਪਿਸਤੌਲ ਤਾਣ ਦਿੱਤੀ ਤੇ ਪੁਲਿਸ ਨੇ ਦੱਸਿਆ ਕਿ ਪਿਸਤੌਲ ਦੇ ਡਰ ਦੇ ਕਾਰਨ ਦੂਸਰਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪਰ ਇਹ ਵੀ ਮੌਕੇ ਤੋਂ ਭੱਜਣ ਲੱਗਿਆ ਸੀ। ਇਹਨੇ ਗੱਡੀ ਸ਼ਾਇਦ ਉਸ ਦਾ ਪਿੱਛਾ ਕਰਨ ਵਾਸਤੇ ਭਜਾਈ ਹੋਣੀ ਹੈ। ਜਦੋਂ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਕਰ ਲਈ, ਸਪੀਡ ਵਧਾ ਲਈ ਤੇ ਗੱਡੀ ਦਾ ਕੰਟਰੋਲ ਗਵਾ ਬੈਠਿਆ, ਸੰਤੁਲਨ ਵਿਗੜਿਆ ਤੇ ਇੱਕ ਗੱਡੀ 'ਚ ਹੋਰ ਜਾ ਵੱਜੀ ਤੇ ਨਾਲ ਇੱਕ ਨੇੜੇ ਘਰ ਦੇ ਮਕਾਨ ਦੇ ਵਿੱਚ ਕੰਧ ਦੇ ਵਿੱਚ ਇਹਦੀ ਗੱਡੀ ਜਾ ਵੱਜੀ ਤੇ 2 ਗੱਡੀਆਂ ਹੋਰ ਇਸ ਨੇ ਆਪਣੀ ਫੇਟ ਵਿੱਚ ਲੈ ਲਈਆਂ। ਹੁਣ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ, ਪੁਲਿਸ ਨੇ ਆ ਕੇ ਵੇਖਿਆ ਕਿ ਇਹ ਤਾਂ ਉਹੀ ਸ਼ਖਸ ਹੈ ਜਿਹੜਾ ਪਹਿਲਾਂ ਵੀ ਜ਼ਮਾਨਤ ਤੇ ਆਇਆ ਹੋਇਆ ਸੀ। ਹੁਣ ਜ਼ਮਾਨਤ ਦੀਆਂ ਸ਼ਰਤਾਂ ਦੀ ਵੀ ਇਸ ਮੁੰਡੇ ਨੇ ਉਲੰਘਣਾ ਕੀਤੀ ਹੈ। ਇਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਗੱਡੀ ਦੀ ਪੁਲਿਸ ਨੇ ਜਾ ਕੇ ਤਲਾਸ਼ੀ ਲਈ ਨਾ ਤਾਂ ਫਿਰ ਇਹਦੀ ਸੀਟ ਦੇ ਹੇਠੋਂ ਐਨ ਇੱਕ ਲੋਡੜ ਭਰਿਆ ਹੋਇਆ ਗੋਲੀਆਂ ਦੇ ਨਾਲ ਪਿਸਤੌਲ ਬਰਾਮਦ ਹੋ ਗਿਆ। ਪਿਸਤੌਲ ਦਾ ਸੀਰੀਅਲ ਨੰਬਰ ਵੀ ਸੀ, ਉਹ ਵੀ ਮਿਟਾਇਆ ਹੋਇਆ ਸੀ। ਹੁਣ ਇਹਦੇ ਉੱਤੇ ਕਈ ਹੋਰ ਦੋਸ਼ ਆਇਦ ਕਰ ਦਿੱਤੇ ਗਏ ਨੇ, ਹਥਿਆਰ ਰੱਖਣ ਦਾ, ਪਾਬੰਦੀਸ਼ੁਦਾ ਹਥਿਆਰ ਰੱਖਣ ਦਾ, ਸੀਰੀਅਲ ਨੰਬਰ ਮਿਟਾ ਕੇ ਹਥਿਆਰ ਰੱਖਣ ਦਾ। ਹੁਣ ਇਸ ਘਟਨਾ ਦੀ ਜਾਂਚ ਗੰਭੀਰਤਾ ਨਾਲ ਐਬਸਫੋਰਡ ਪੁਲਿਸ ਕਰ ਰਹੀ ਹੈ ਤੇ CCTV ਕੈਮਰੇ ਜਿਹੜੇ ਆਲੇ ਦੁਆਲੇ ਲੱਗੇ ਹੋਏ ਨੇ ਉਹਨਾਂ ਨੂੰ ਕੱਢ ਕੇ ਉਹਨਾਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਇਸ ਵਾਰਦਾਤ ਦੇ ਸੰਬੰਧੀ ਹੋਰ ਜਿਹੜੇ ਅਹਿਮ ਕੁਝ ਮਾਮਲੇ ਨੇ ਸਾਹਮਣੇ ਆ ਸਕਣ। ਪੁਲਿਸ ਨੇ ਦੱਸਿਆ ਕਿ ਸਾਲ 2019 ਦੇ ਵਿੱਚ ਆਪਣੇ 2 ਹੋਰ ਸਾਥੀਆਂ ਦੇ ਨਾਲ ਇਹ ਪੁਲਿਸ ਅੜਿੱਕੇ ਚੜ੍ਹਿਆ ਸੀ। ਉਹਨਾਂ ਵਿੱਚ ਇੱਕ ਜੋਤਵੀਰ ਧਾਲੀਵਾਲ ਸੀ ਜਿਹੜਾ ਹੁਣ 21 ਵਰ੍ਹਿਆਂ ਦਾ ਹੋ ਚੁੱਕਿਆ ਤੇ ਨਾਲ ਇੱਕ ਅੰਮ੍ਰਿਤਪਾਲ ਸਿੱਧੂ ਸੀ ਜਿਹੜਾ 20 ਸਾਲਾਂ ਦਾ। ਉਸ ਵਕਤ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਵਕਤ ਪੁਲਿਸ ਨੇ ਇਹਨਾਂ ਕੋਲੋਂ ਕੁਝ ਰਕਮ ਫੜੀ ਸੀ, ਨਕਦੀ ਜ਼ਬਤ ਕੀਤੀ ਸੀ, ਕੁਝ ਨਸ਼ੀਲੇ ਪਦਾਰਥ ਜ਼ਬਤ ਕੀਤੇ ਸੀ ਅਤੇ ਇਹ ਉਸ ਕੇਸ ਦੇ ਵਿੱਚੋਂ ਹੁਣ ਜ਼ਮਾਨਤ ਤੇ ਆਇਆ ਹੋਇਆ ਸੀ। ਪਰ ਤੁਸੀਂ ਵੇਖੋ ਕਿ ਜ਼ਮਾਨਤ ਤੇ ਆਏ ਇਸ ਵਿਅਕਤੀ ਨੇ ਇੱਕ ਵਾਰੀ ਫਿਰ ਆਹ ਕਰਤੂਤ ਕਰਕੇ ਨਵਾਂ ਚੰਦ ਚਾੜਿਆ। ਸੋ ਜਦੋਂ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਬਹੁਤ ਸਾਰੇ ਮਾਪੇ ਚਿੰਤਾ ਵਿੱਚ ਹੁੰਦੇ ਆ। ਕਈਆਂ ਦੇ ਬੱਚੇ ਅੱਧੀ ਰਾਤ ਤੱਕ ਕੰਮ ਕਰਕੇ ਵਾਪਸ ਪਰਤ ਰਹੇ ਹੁੰਦੇ ਆ। ਹੁਣ ਇਹ ਪਤਾ ਨਹੀਂ
कि अज पिस्तौल किहदे ते ताणी है ते परसों नूं किहदे ते ताणी जावे, क्योंकि गोली ते किसी व्यक्ति का नाम नहीं लिखिया हुंदा। जदों गोली चलती है, जिहड़ा व्यक्ति मूहरे आ गया उसने उसकी छाती छननी कर देनी है। सो बहुत सारिया जानां नौजवान बच्चे बच्चियां खास करके लोअर मेनलैंड विच जां पूरी कैनेडा दे विच गवा चुके हैं। सो अगली खबर भी बड़ी महत्वपूर्ण खबर है। बहुत सारे लोग ने किसी न किसी कारण नूं आधार बना के अपने वतन भारत वापस परतदे है। बहुत सारे विआह शादी के कारण जाते हैं, कोई खुशी कारण कोई गमी कारण जाता है, पर यह पता नहीं होता कि उन्होंने वापस दोबारा अपनी कर्म भूमि ते परतना है कि नहीं। कस्बा रैया दे विचों एक खबर मिल रही है, खबर बड़ी मंदभागी है। लवली स्वीट वाली उत्थे एक गली है, उत्थे अज वड्डे तड़के एक रंजिश के कारण एक नौजवान के वलों एक घर दे विच दाखल होकर एक माँ ते पुत ते हमला कर दिता गया। इस हमले दे विच जानकारी मिल रही है कि माँ की तो मौके पर मौत हो गई, जबकि उसका मुंडा गंभीर जख्मी हो गया तो हस्पताल दे विच जेरे इलाज है। जिहड़ी जानकारी मिली है उसदे मुताबक जिहड़ा कथित मुलजम दस्सिया जा रहा है उसदा नाम अक्षय दस्सिया जा रहा है। वो कहते लगभग सवेरे 6 वजे के करीब अपनी ही गली विच रहिंदे केवल किशन छाबड़ा के घर जा वड़िया अते सीधा केवल किशन की पत्नी रेखा राणी जिहड़ी लगभग 55 वरियां की दसी जा रही है, उन्हां दे कमरे दे विच गया ते उस वक्त रेखा राणी पूजा कर रहे सी ते पूजा कर रही उस औरत के उत्ते इसने तेज़ धार हथियार के नाल हमला किया ते इस तरह वार किया कि उसनों अपने आप को बचाने का मौका ना मिलिया ते मौके ते वो ढेर हो गई। उहदे तो बाद उसने आले दुआले देखा कि इस मृतका का मुंडा कार्तिक छाबड़ा कित्थे है। उन्हें दूसरे कमरे में जाके देखा तो कार्तिक उस सुता पिया सी। उस ही हथियार के नाल कार्तिक के सिर ते भी इन्हें वार किया, पर वो उठण दे विच कामयाब हो गया। इस मुलजम के नाल वो हथोपाई होया। हथोपाई के दौरान दस्सिया जा रहा है कि कथित दोषी कार्तिक दीआं उंगलां दंदां नाल चबा दित्तियां, चिथ दित्तियां ते बाद दे विच उत्थों फरार हो गए ते जख्मी नूं फिर सिविल हस्पताल बाबा बकाला दे विच दाखल करवाउणा पिया। भावें ये फरारता हो गया, पर इस घटना की वजह की है इहदे उत्ते पता लग्या कि वजह दोषी अक्षय अते कार्तिक दरमियान कुछ समां पहलां तकरार होया, लड़ाई झगड़ा होया सी अते मुलजम के पिता हरजिंदर कुमार की कुछ दिन पहलां हले मौत हुई है ते अज जिहड़े दिन इसने ये भाणा वरताया ना, इहदे बाप का चौथा किया जा रहा सी। हुण ये भी दस्सिया जा रहा कि सदमे दे विच सी, ये डिप्रैशन दे विच सी। ये भी दस्सिया जा रहा है कि जिस दिन इहदे पिता की मौत हुई है, संस्कार मौके नहर दे विच भी इहने छाल मारी, बलदी हुई चिता दे विच भी ये छाल मारने की कोशिश कर रहा सी। उत्थे ही ये भी दस्सिया जा रहा है कि एक साबका विधायक के गनमैन नाल भी हथोपाई होया ते ये मुलजम अते उसका सारा परिवार अमरीकन सिटीजन सी, अमरीका के नागरिक से ते लॉकडाउन तो पहलां अपने प्यो दे नाल ये भारत गया सी। पर जदों लॉकडाउन हो गया हाले ये भारत दे विच फसे हुए ते इस दौरान इसके पिता की मौत हुई है ते पुलिस नूं जदों सूचना मिली ते बाबा बकाला के DSP SHO बियास चौंकी इंचार्ज रैया घटना जायजा लैण वास्ते पहुंचे अते इस मौके DSP बाबा बकाला ने दस्सिया कि जांच चल रही है, दोषी नूं जल्द असीं गिरफ्तार कर लांगे। ते उन्होंने दस्सिया कि ये दोवां धिरां दे विचकार पहलां भी एक मुकदमा हाई कोर्ट दे विच चल रहा है, शायद पुरानी रंजिश नूं लैके इस परिवार दे उत्ते इस नौजवान ने हमला किया है। जे हुण अदालत दे विच केस ही चल रहा है तो घट्टो घट्ट इंसाफ की उड़ीक तो करनी चाहिए है। दोषी कौन सी जां नहीं ये फैसला अदालत का है, पर असीं आप ही जज, आप ही वकील, आप ही अपील जदों ये करते हैं तो फिर उहदे अंजाम बड़े औखे है। कई बारी सानूं फिर हत्थां दीआं दित्तियां दंदां नाल खोलणियां पैंदियां ने, पर खुलदियां कई बारी फिर भी नहीं। पहलां तां लड़ाई झगड़े हथोपाई का मुकदमा सी, आ हुण कतल का मुकदमा है। तो अगली खबर शायद भारती लोगों के वास्ते, जिहड़े विदेशों में फसे हुए ने उन्हां दे वास्ते, जां जिहड़े वापस वतन परतना चाहुंदे ने उन्हां दे वास्ते काफ़ी अहम खबर है। भारत ने कौमांतरी यात्रा दीआं उड़ानां दे उत्ते पाबंदियां लगाईआं होईआं सी अते इन्हां पाबंदियां नूं हुण 30 नवंबर तक अगे वधा दिता गया। इस तो पहलां ये पाबंदियां 31 अक्तूबर तक सन से लोगों को लगता है कि शायद 2-4 दिन रहिंदे है, सब कुछ ठीक ठाक हो जाएगा। इस दे संबंध में एक ट्वीट किया गया, शहरी हवाबाजी डायरैक्टोरेट ने जिहड़े डायरैक्टर जनरल ने उन्होंने कहा कि जिहड़ी ये पाबंदी है, ये बंदिश है
ਕਾਰਗੋ ਅਤੇ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਮਨਜ਼ੂਰ ਉਡਾਨਾਂ ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ। ਭਾਰਤ ਦੇ ਵਿੱਚ ਨਿਰਧਾਰਤ ਕੌਮਾਂਤਰੀ ਉਡਾਨਾਂ ਤੇ ਪਾਬੰਦੀ ਬੀਤੀ 25 ਮਾਰਚ ਤੋਂ ਲੱਗੀ ਹੋਈ ਹੈ, ਜਿਸ ਨੂੰ ਸਮੇਂ-ਸਮੇਂ ਤੇ ਅੱਗੇ ਵਧਾਇਆ ਜਾਂਦਾ ਰਿਹਾ ਤੇ ਹੁਣ ਇੱਕ ਵਾਰੀ ਫਿਰ 31 ਅਕਤੂਬਰ ਦੀ ਬਜਾਏ 1 ਮਹੀਨੇ ਲਈ ਹੋਰ 30 ਨਵੰਬਰ ਤੱਕ ਇਸ ਪਾਬੰਦੀ ਦੇ ਵਿੱਚ ਇਸ ਮਿਆਦ ਦੇ ਵਿੱਚ ਵਾਧਾ ਕੀਤਾ ਗਿਆ ਹੈ। ਵੰਦੇ ਭਾਰਤ ਮਿਸ਼ਨ ਅਤੇ ਵਿਸ਼ੇਸ਼ ਦੋ ਪੱਖੀ ਸਮਝੌਤੇ ਤਹਿਤ ਉਡਾਨਾਂ ਹੁਣ ਵੀ ਚੱਲ ਰਹੀਆਂ ਨੇ। ਹੁਣ ਤੱਕ 1 ਦਰਜਨ ਤੋਂ ਵੱਧ ਮੁਲਕਾਂ ਦੇ ਨਾਲ 에ਅਰ ਬਬਲ ਕਰਾਰ ਭਾਰਤ ਸਰਕਾਰ ਵੱਲੋਂ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਮੁਲਕਾਂ ਦੇ ਨਾਲ 에ਅਰ ਬਬਲ ਸਮਝੌਤਾ ਜਾਂ ਕਰਾਰ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਅਮਰੀਕਾ ਹੈ, ਉਹਨਾਂ ਵਿੱਚ ਬਰਤਾਨੀਆ ਹੈ, ਉਹਨਾਂ ਵਿੱਚ ਫਰਾਂਸ ਹੈ, ਉਹਨਾਂ ਵਿੱਚ ਬੰਗਲਾਦੇਸ਼ ਹੈ, ਉਹਦੇ ਵਿੱਚ ਜਰਮਨੀ ਹੈ, ਮਾਲਦੀਪ ਤੇ ਕੈਨੇਡਾ ਸਮੇਤ ਕਈ ਹੋਰ ਮੁਲਕ ਨੇ। ਹੁਣ ਇਹ ਦੋ ਪੱਖੀ ਸਮਝੌਤਾ ਜਿਸ ਨੂੰ 에ਅਰ ਬਬਲ ਕਿਹਾ ਜਾਂਦਾ ਹੈ, ਇਹਦੇ ਤਹਿਤ NRI ਜਾਂ ਵਿਦਿਆਰਥੀ ਜਿਨ੍ਹਾਂ ਕੋਲ ਲੰਬੇ ਸਮੇਂ ਦਾ ਵੀਜ਼ਾ ਹੈ ਉਹਨਾਂ ਨੂੰ ਯਾਤਰਾ ਦੀ ਆਗਿਆ ਹੈ। ਪਰ ਇਸ ਮਹਾਮਾਰੀ ਦੇ ਕਾਰਨ ਸਿਰਫ ਜ਼ਰੂਰੀ ਯਾਤਰਾ ਨੂੰ ਸਭ ਮੁਲਕਾਂ ਦੇ ਵੱਲੋਂ ਮਨਜ਼ੂਰੀ ਦਿੱਤੀ ਹੋਈ ਹੈ। ਗੈਰ ਜ਼ਰੂਰੀ ਯਾਤਰਾ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਨੇ। ਸ਼ਾਇਦ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਵੇ ਤੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਕਦੇ ਬੰਦ ਨਹੀਂ ਹੋਈ। ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਕੈਨੇਡਾ ਅਮਰੀਕਾ ਦੀ ਸਰਹੱਦ ਵੀ ਬੰਦ ਹੈ। ਬੀਤੇ ਦਿਨੀ ਉਹਦੇ ਵਿੱਚ ਵੀ 1 ਮਹੀਨੇ ਦਾ ਵਾਧਾ ਕਰ ਦਿੱਤਾ ਗਿਆ ਸੀ। ਇਹਦੇ ਮੁਤਲਕ ਇੱਕ ਸਰਵੇ ਵੀ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਕੈਨੇਡੀਅਨ ਲੋਕ ਨੇ ਜਿਹੜੇ ਇਹ ਚਾਹੁੰਦੇ ਨਹੀਂ ਕਿ ਭਾਵੇਂ ਸੈਰ ਸਪਾਟੇ ਦੇ ਕਾਰਨ ਮੁਲਕ ਨੂੰ ਨੁਕਸਾਨ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇੱਕ ਦੂਸਰੇ ਮੁਲਕ ਦੇ ਵਿੱਚ ਆ ਕੇ ਖਰੀਦੋ ਫਰੋਖਤ ਕਰਦੇ ਆ, ਉਹਦੇ ਕਾਰਨ ਦੋਵੇਂ ਮੁਲਕਾਂ ਨੂੰ ਨੁਕਸਾਨ ਹੋ ਰਿਹਾ ਹੈ। ਪਰ ਅਮਰੀਕਾ ਦੇ ਵਿੱਚ ਕੋਵਿਡ-19 ਦਾ ਪ੍ਰਕੋਪ ਬਹੁਤ ਜ਼ਿਆਦਾ ਹੈ। ਇੱਕ ਵਾਰੀ ਫਿਰ ਰਫ਼ਤਾਰ ਫੜੀ ਹੈ। ਕੈਨੇਡਾ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਲੱਗਿਆ ਹੈ। ਬਰਤਾਨੀਆ ਦੇ ਵਿੱਚ ਵੀ ਇਹੋ ਹੀ ਹਾਲ ਹੈ, ਜਿਸ ਕਰਕੇ ਕੈਨੇਡੀਅਨ ਲੋਕਾਂ ਨੇ ਉਹ ਸਰਵੇ ਦੇ ਵਿੱਚ ਵੱਡੀ ਪੱਧਰ ਤੇ ਹਿੱਸਾ ਲੈ ਕੇ ਕਿਹਾ ਕਿ ਸਾਨੂੰ ਪਤਾ ਹੈ ਕਿ ਆਰਥਿਕ ਪੱਖੋਂ ਨੁਕਸਾਨ ਹੋ ਰਿਹਾ ਹੈ, ਪਰ ਸਭ ਤੋਂ ਪਹਿਲਾਂ ਸਿਹਤ ਹੈ। ਕਹਿੰਦੇ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। 80% ਤੋਂ ਜ਼ਿਆਦਾ ਲੋਕ ਸੀ ਜਿਨ੍ਹਾਂ ਨੇ ਆਖਿਆ ਕਿ ਹਾਲੇ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਬੰਦ ਰਹਿਣੀ ਚਾਹੀਦੀ ਹੈ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਪਹਿਲੇ ਗੇੜ ਦੀਆਂ ਚੋਣਾਂ ਹੋ ਚੁੱਕੀਆਂ ਨੇ, ਦੂਸਰੇ ਗੇੜ ਦੀਆਂ ਚੋਣਾਂ ਹੋਣੀਆਂ ਨੇ। ਬਿਹਾਰ ਵਿਧਾਨ ਸਭਾ ਦੀਆਂ ਜਿਹੜੀਆਂ ਪਹਿਲੇ ਗੇੜ ਦੀਆਂ 71 ਸੀਟਾਂ ਤੇ ਵੋਟਾਂ ਪਈਆਂ, ਉਹਨਾਂ ਵਿੱਚ 1066 ਉਮੀਦਵਾਰਾਂ ਦੀ ਕਿਸਮਤ, ਅੱਗੇ ਤਾਂ ਆਪਾਂ ਕਹਿੰਦੇ ਸੀ ਨਾ ਪੇਟੀਆਂ 'ਚ ਬੰਦ ਹੋ ਗਈ, ਬਾਕਸਾਂ 'ਚ ਬੰਦ ਹੋ ਗਈ, ਨਹੀਂ, ਇਹ EVM ਮਸ਼ੀਨਾਂ 'ਚ ਕੈਦ ਹੋਈ ਹੈ। ਤੇ ਦੂਸਰੇ ਗੇੜ ਵਾਸਤੇ ਚੋਣ ਮੈਦਾਨ ਦੇ ਵਿੱਚ 1463 ਉਮੀਦਵਾਰ ਮੈਦਾਨ 'ਚ ਨਿਤਰੇ ਹੋਏ ਨੇ। ਹੁਣ 1463 ਉਮੀਦਵਾਰਾਂ ਦੇ ਵਿੱਚੋਂ ਜਾਣਕਾਰੀ ਮਿਲ ਰਹੀ ਹੈ, ਜਿਹੜੇ ਉਹਨਾਂ ਨੇ ਹਲਫਨਾਮੇ ਪੇਸ਼ ਕੀਤੇ ਨੇ ਉਹਦੇ ਆਧਾਰ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ 34% ਉਮੀਦਵਾਰਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਨੇ। ਹੁਣ ਪੋਲ ਰਾਈਟਸ ਗਰੁੱਪ ਐਸੋਸੀਏਸ਼ਨ ਫਾਰ ਡੈਮੋਕ੍ਰੇਟ ਰਿਫਾਰਮ, ਜਿਸ ਨੂੰ ADR ਆਖਿਆ ਜਾਂਦਾ, ਉਹਨਾਂ ਦੀ ਇੱਕ ਰਿਪੋਰਟ ਹੈ। ਉਹਦੇ ਰਿਪੋਰਟ ਦੇ ਮੁਤਾਬਕ 27% ਜਿਹੜੇ ਲਗਭਗ 399 ਉਮੀਦਵਾਰ ਬਣਦੇ ਨੇ, 27% ਦੇ ਖਿਲਾਫ ਗੰਭੀਰ ਕਿਸਮ ਦੇ ਫੌਜਦਾਰੀ ਕੇਸ ਦਰਜ ਨੇ। ਹੁਣ ਗੰਭੀਰ ਕਿਸਮ ਦੇ ਫੌਜਦਾਰੀ ਕੇਸ ਗੈਰ ਜ਼ਮਾਨਤੀ ਅਪਰਾਧ ਨੇ। ਜੇਕਰ ਉਹਨਾਂ ਨੂੰ ਅਦਾਲਤ ਸਜ਼ਾ ਕਰਦੀ ਹੈ ਤੇ ਇਹਨਾਂ ਦੇ ਖਿਲਾਫ ਘੱਟ ਤੋਂ ਘੱਟ ਇਹਨਾਂ ਨੂੰ 5 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਕੁੱਲ 502, ਜੋ ਕਿ ਸਮੁੱਚੇ ਉਮੀਦਵਾਰਾਂ ਦਾ 34% ਬਣਦਾ, ਜਿਨ੍ਹਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਨੇ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਜੇਕਰ 34% ਉਮੀਦਵਾਰਾਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ ਨੇ, ਕਿ ਭਾਵੇਂ ਭਾਰਤੀ ਜਨਤਾ ਪਾਰਟੀ ਹੈ, JDU ਹੈ, ਕਾਂਗਰਸ ਪਾਰਟੀ ਹੈ, ਹੋਰ ਬੜੀਆਂ ਪਾਰਟੀਆਂ ਨੇ, ਕਿ ਇਹਨਾਂ ਪਾਰਟੀਆਂ ਨੂੰ ਕੋਈ ਚੱਜ ਦੀ ਛਵੀ ਵਾਲੇ ਉਮੀਦਵਾਰ ਨਹੀਂ ਲੱਭਦੇ? ਜੇ 34% ਉਮੀਦਵਾਰਾਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ ਨੇ, ਗੈਰ ਜ਼ਮਾਨਤੀ ਮੁਕੱਦਮੇ ਨੇ, ਜੇ ਕੱਲ੍ਹ ਨੂੰ ਸਜ਼ਾ ਹੋ ਜਾਂਦੀ ਹੈ ਤੇ ਦੋਸ਼ੀ ਪਾਏ ਜਾਂਦੇ ਹੈ ਤੇ ਘੱਟ ਤੋਂ ਘੱਟ 5 ਸਾਲ ਤੇ ਵੱਧ ਸਜ਼ਾ ਵੀ ਹੋ ਸਕਦੀ ਹੈ। ਇਹਦਾ ਮਤਲਬ ਬਿਹਾਰ ਦੇ ਲੋਕਾਂ ਨਾਲ ਠੱਗੀ ਨਹੀਂ, ਇਹ ਧੋਖਾ ਨਹੀਂ। ਕੱਲ੍ਹ ਨੂੰ ਅਦਾਲਤ ਨੇ ਦੋਸ਼ੀ ਠਹਿਰਾ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਡੱਕ ਦਿੱਤੇ ਤੇ ਦੁਬਾਰਾ ਚੋਣਾਂ ਕਰਨਗੇ, ਅਸਤੀਫੇ ਲੈਂਦੇ ਫਿਰਨਗੇ। ਸੋ ਘੱਟੋ ਘੱਟ ਅਕਲ ਨੂੰ ਹੱਥ ਮਾਰੋ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੁਲਕ ਦੀ ਤਰੱਕੀ ਕਰਨੀ ਹੈ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਵੱਛ ਭਾਰਤ ਬਣਾਉਣਾ ਹੈ। ਕਿ ਸਿਰਫ ਆਲੇ ਦੁਆਲੇ ਦੀ ਗੰਦਗੀ ਸੜਕਾਂ ਦੇ ਕਿਨਾਰਿਓਂ ਚੱਕ ਕੇ ਸਵੱਛ ਭਾਰਤ ਹੋ ਜੂ? ਤੁਸੀਂ ਆਪਣੀਆਂ ਚੋਣਾਂ ਦੇ ਵਿੱਚ ਉਹ ਉਮੀਦਵਾਰਾਂ ਨੂੰ ਟਿਕਟਾਂ ਦਿੰਦੇ ਹੋ, ਇਸ ਹਮਾਮ 'ਚ ਸਾਰੀਆਂ ਪਾਰਟੀਆਂ ਨੰਗੀਆਂ ਨੇ। ਕਿਸੇ ਦੇ ਉਮੀਦਵਾਰਾਂ ਦੇ ਖਿਲਾਫ ਘੱਟ ਦਰਜੇ ਨੇ ਪਰਚੇ ਦਰਜ ਨੇ ਤੇ ਕਿਸੇ ਦੇ ਖਿਲਾਫ ਵੱਧ ਨੇ।
ਕੀ ਗੱਲ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਉਮੀਦਵਾਰ ਨਹੀਂ ਲੱਭਦਾ ਜਿਹਦੇ ਉੱਤੇ ਕੋਈ ਪਰਚਾ ਦਰਜ ਨਾ ਹੋਵੇ? ਲੋਕਾਂ ਨੂੰ ਜਾ ਕੇ ਕੀ ਕਹੋ ਕਿ ਅਪਰਾਧ ਨਹੀਂ ਕਰਨਾ ਚਾਹੀਦਾ? ਲੋਕਾਂ ਨੂੰ ਜਾ ਕੇ ਕੀ ਕਹੋ ਕਿ ਇਸ ਤਰ੍ਹਾਂ ਦੇ ਅਪਰਾਧ ਤੋਂ ਦੂਰ ਰਹਿਣਾ ਚਾਹੀਦਾ? ਸੋ ਘੱਟੋ ਘੱਟ ਸਾਨੂੰ ਇਸ ਗੱਲ ਦੀ ਤਹੀਏ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਉਮੀਦਵਾਰਾਂ ਦਾ ਸਾਨੂੰ ਪਤਾ ਲੱਗੇ ਕਿ ਇਹਦੇ ਤੇ ਮੁਕੱਦਮਾ ਦਰਜ ਹੈ, ਉਹਨਾਂ ਨੂੰ ਮੂੰਹ ਦੀ ਖਵਾਉਣੀ ਚਾਹੀਦੀ ਹੈ। ਅਤੇ ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਉਮੀਦਵਾਰ ਨੇ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਕਰੋੜਾਂ ਦੇ ਅਸਾਸੇ ਹੈ, ਜਦ ਕਿ 3 ਉਮੀਦਵਾਰ ਨੇ ਇਹਨਾਂ ਸਾਰਿਆਂ ਚੋਂ ਜਿਹੜੇ ਕਹਿੰਦੇ ਸਾਡੇ ਕੋਲ ਕੋਈ ਜਾਇਦਾਦ ਹੀ ਨਹੀਂ। ਪਰ ਜੇ ਜਿੱਤ ਗਏ ਨਾ, ਅਗਲੀ ਵਾਰੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਾਂਗੇ ਕਿ ਉਹਨਾਂ ਕੋਲ ਹੁਣ ਕਿੰਨੇ ਕਰੋੜ ਦੀ ਜਾਇਦਾਦ ਹੈ। ਬਿਹਾਰ ਦੇ ਵਿੱਚ 3 ਪੜਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਪਹਿਲੇ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ, 2 ਪੜਾਅ ਰਹਿੰਦੇ ਹੈ ਤੇ ਤਿੰਨੇ ਪੜਾਵਾਂ ਦੀਆਂ ਵੋਟਾਂ ਤੋਂ ਬਾਅਦ 10 ਨਵੰਬਰ ਨੂੰ ਗਿਣਤੀ ਕੀਤੀ ਜਾਏਗੀ। ਅਗਲੀ ਖਬਰ ਜਿਹੜੀ ਅੱਜ ਦੀ ਇੱਕ ਕੋਈ ਵੱਡੀ ਖਬਰ ਆਖੀ ਜਾ ਸਕਦੀ ਹੈ ਉਹ ਇਹ ਹੈ ਕਿ 28 ਅਕਤੂਬਰ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਸਰਵਉੱਚ ਅਦਾਲਤ ਨੇ ਸਾਬਕਾ ਡੀਜੀਪੀ ਪੰਜਾਬ ਸੁਮੇਧ ਸੈਣੀ ਦੇ ਕੇਸ ਦੀ ਸੁਣਵਾਈ ਕਰਨੀ ਸੀ। ਹੁਣ ਕੇਸ ਹੈ ਮੋਹਾਲੀ ਦੇ ਰਹਿਣ ਵਾਲੇ ਸੀ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ, ਜਿਨ੍ਹਾਂ ਨੂੰ ਲਗਭਗ 3 ਦਹਾਕੇ ਪਹਿਲਾਂ ਅਗਵਾ ਕੀਤਾ ਗਿਆ, ਲਾਪਤਾ ਕੀਤਾ ਗਿਆ ਤੇ ਉਸ ਮਾਮਲੇ ਦੇ ਵਿੱਚ ਨਾਮਜ਼ਦ ਹੈ ਪੰਜਾਬ ਪੁਲਿਸ ਦਾ ਸਾਬਕਾ ਪੁਲਿਸ ਮੁਖੀ ਡੀਜੀਪੀ ਸੁਮੇਧ ਸੈਣੀ। ਬੜਾ ਚਰਚਿਤ ਮਾਮਲਾ ਹੈ। ਮਟੌਰ ਥਾਣੇ ਦੇ ਵਿੱਚ ਧਾਰਾ 302 364 ਸਮੇਤ ਕਈ ਹੋਰ ਸਖਤ ਧਾਰਾਵਾਂ FIR ਦੇ ਵਿੱਚ ਦਰਜ ਕੀਤੀਆਂ ਗਈਆਂ ਸੀ ਤੇ ਸੁਮੇਧ ਸੈਣੀ ਨੇ ਪੱਕੀ ਜ਼ਬਾਨਤ ਬਾਰੇ ਆ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਈ ਹੈ। ਸੁਪਰੀਮ ਕੋਰਟ ਨੇ ਸਾਬਕਾ ਪੁਲਿਸ ਮੁਖੀ ਸੈਣੀ ਨੂੰ ਪਹਿਲਾਂ ਤੋਂ ਦਿੱਤੀ ਆਰਜ਼ੀ ਜ਼ਮਾਨਤ ਨੂੰ ਬਰਕਰਾਰ ਰੱਖ ਦਿੱਤਾ ਹੈ। ਹਾਲਾਂਕਿ ਲੱਗਦਾ ਸੀ ਕਿ ਮਾਨਯੋਗ ਅਦਾਲਤ ਦੇ ਵਿੱਚੋਂ ਸੁਪਰੀਮ ਕੋਰਟ ਦੇ ਵਿੱਚੋਂ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ ਹੋਏਗੀ, ਕਿਉਂਕਿ ਜ਼ਮਾਨਤ ਅਰਜ਼ੀ ਦੀਆਂ ਸ਼ਰਤਾਂ ਉਸਨੇ ਰੱਦ ਕੀਤੀਆਂ ਨੇ, ਉਹ ਮਖਸੂਸ ਜਿਹੜੀਆਂ ਕੀਤੀਆਂ ਸੀ। ਹੁਣ ਇਹ ਜਿਹੜੇ ਮਾਮਲੇ 2 ਸੀ, ਇੱਕ ਤਾਂ ਜ਼ਮਾਨਤ ਅਰਜ਼ੀ ਦਾ ਸੀ, ਦੂਸਰਾ ਸੀ ਕਿ ਜਿਹੜੇ ਮੇਰੇ ਉੱਤੇ ਆ ਸੰਗੀਨ ਧਾਰਾਵਾਂ ਦੇ ਤਹਿਤ FIR ਦਰਜ ਮਟੌਰ ਥਾਣੇ 'ਚ ਕੀਤੀ ਗਈ ਨੂੰ ਮੁੱਢੋਂ ਰੱਦ ਕੀਤਾ ਜਾਵੇ। ਦੋਵੇਂ ਮਾਮਲਿਆਂ ਦੀ ਸੁਣਵਾਈ ਵਾਸਤੇ ਹੁਣ 17 ਨਵੰਬਰ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਪਿਛਲੀ ਤਰੀਕ ਤੇ ਪੰਜਾਬ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰਕੇ 3 ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖਲ ਕਰਨ ਲਈ ਆਖਿਆ ਸੀ ਤਾਂ ਜੋ ਸੈਣੀ ਦੇ ਇਸ ਕੇਸ ਦਾ ਨਿਬੇੜਾ ਕੀਤਾ ਜਾ ਸਕੇ। ਹੁਣ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਗੱਲ ਹੈ। ਕੱਲ ਮੋਹਾਲੀ ਦੀ ਅਦਾਲਤ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਕੇਸ ਸੀ, ਉੱਥੇ ਵੀ ਪੰਜਾਬ ਸਰਕਾਰ ਨੇ ਕੋਈ ਜਵਾਬ ਦਾਇਰ ਨਹੀਂ ਸੀ ਕੀਤਾ। ਮਾਨਯੋਗ ਅਦਾਲਤ ਨੇ ਉਸ ਕੇਸ ਦੀ ਸੁਣਵਾਈ 19 ਨਵੰਬਰ ਤੇ ਨਿਰਧਾਰਤ ਕੀਤੀ ਹੈ। ਆ 3 ਹਫ਼ਤਿਆਂ ਦੇ ਵਿੱਚ ਪੰਜਾਬ ਸਰਕਾਰ ਕਰਦੀ ਕੀ ਰਹੀ? ਵੱਡੀ ਵਕੀਲਾਂ ਦੀ ਟੀਮ ਹੈ ਪੰਜਾਬ ਸਰਕਾਰ ਕੋਲ। ਕੀ ਪੰਜਾਬ ਸਰਕਾਰ ਸੱਚੀ ਮੁੱਚੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੈਣੀ ਨੂੰ ਬਚਾਉਣਾ ਚਾਹੁੰਦੀ ਹੈ? ਜੇ ਬਚਾਉਣਾ ਨਹੀਂ ਚਾਹੁੰਦੀ ਤਾਂ 3 ਹਫ਼ਤਿਆਂ ਦੇ ਅੰਦਰ ਅੰਦਰ ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਆਪਣਾ ਜਵਾਬ ਦਾਇਰ ਕਰੋ, ਕਿਉਂ ਨਹੀਂ ਕੀਤਾ? ਕੀ ਭਾਲਦੇ ਹੈ? ਕਾਹਦੀ ਉਡੀਕ ਕਰਦੇ ਹੈ? ਹੁਣ ਜਦੋਂ ਇਹ ਜਵਾਬ ਦਾਖਲ ਨਹੀਂ ਕੀਤਾ ਤੇ ਅਦਾਲਤ ਦੇ ਵਿੱਚ ਕੁਝ ਹੋਰ ਦਿਨਾਂ ਦੀ ਮੋਹਲਤ ਮੰਗੀ ਹੈ। ਪੀੜਤ ਪਰਿਵਾਰ ਮੁਲਤਾਨੀ ਪਰਿਵਾਰ ਦੇ ਵਕੀਲ ਨੇ ਪ੍ਰਦੀਪ ਸਿੰਘ ਵਿਰਕ, ਉਹ ਕਹਿੰਦੇ ਮਾਮਲਾ ਬਹੁਤ ਗੰਭੀਰ ਹੈ। ਇਸ ਸਮੁੱਚੇ ਮਾਮਲੇ ਦੀ ਹੱਦ ਤੱਕ ਜਾਣ ਵਾਸਤੇ ਸਾਬਕਾ ਪੁਲਿਸ ਮੁਖੀ ਨੂੰ ਹਿਰਾਸਤ ਵਿੱਚ ਲੈਣਾ, ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨੀ ਅਤ ਜ਼ਰੂਰੀ ਹੈ। ਜੇ ਕਹਿੰਦੇ ਸੈਣੀ ਨੂੰ ਪੁਲਿਸ ਹਿਰਾਸਤ ਵਿੱਚ ਨਹੀਂ ਲੈ ਰਹੀ, ਸਖਤੀ ਨਾਲ ਪੁੱਛ ਗਿੱਛ ਨਹੀਂ ਕਰ ਰਹੀ, ਤੇ ਸੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਵੇਂ ਹੋ? ਉਹ ਕਹਿੰਦੇ ਇਸ ਗੰਭੀਰ ਕੇਸ ਦੇ ਵਿੱਚ ਜੇਕਰ ਸੱਚ ਸਾਹਮਣੇ ਲੈ ਕੇ ਆਉਣਾ ਤਾਂ ਉਹਦੀ ਪੜਤਾਲ ਕਰਨੀ, ਸੱਚਾਈ ਤੱਕ ਜਾਣ ਦੇ ਵਾਸਤੇ ਜਿੰਨੀ ਦੇਰ ਤੱਕ ਮਾਨਯੋਗ ਅਦਾਲਤ ਇਹਦੀ ਗ੍ਰਿਫਤਾਰੀ ਦੇ ਵਾਰੰਟ ਸਾਡੇ ਹਵਾਲੇ ਨਹੀਂ ਕਰਦੀ, ਉਨੀ ਦੇਰ ਤੱਕ ਇਸ ਕੇਸ ਨੂੰ ਕਿਸੇ ਤਣ ਪੱਤਣ ਲਾਇਆ ਨਹੀਂ ਜਾ ਸਕਦਾ। ਹੁਣ ਵੇਖਦੇ ਹਾਂ ਕਿ ਅਗਲੀ ਤਰੀਕ ਤੱਕ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰਦੀ ਹੈ ਜਾਂ ਫਿਰ ਅੱਗੇ ਤਰੀਕ ਪੈਂਦੀ ਹੈ। ਬੀਤੇ ਦਿਨੀ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕੀਤੀ ਸੀ ਕਿ 6 ਵਰਿਆਂ ਦੀ ਇੱਕ ਬਾਲੜੀ ਦਰਿੰਦਗੀ ਹੋਈ। ਉਹਦੇ ਨਾਲ ਦਰਿੰਦਗੀ ਇੱਕ ਦਾਦੇ ਤੇ ਪੋਤੇ ਨੇ ਕਰਨ ਦੀ ਖਬਰ ਸਾਹਮਣੇ ਆਈ ਸੀ। ਹੁਣ ਪਿੰਡ ਜਲਾਲਪੁਰ ਸੀ, ਟਾਂਡਾ ਦੇ ਨੇੜੇ ਸੀ। ਜਲਾਲਪੁਰ ਪਿੰਡ ਦੇ ਵਿੱਚ ਇਸ ਦਰਿੰਦਗੀ ਕਰਨ ਵਾਲੇ ਮੁਲਜ਼ਮ ਨੌਜਵਾਨ ਅਤੇ ਉਸਦੇ ਦਾਦੇ ਦਾ 1 ਦਿਨ ਦਾ ਰਿਮਾਂਡ ਖਤਮ ਹੋਇਆ। ਉਹਦੇ ਤੋਂ ਬਾਅਦ ਅੱਜ ਉਹਨਾਂ ਨੂੰ ਦਸੂਹਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਮਾਨਯੋਗ ਅਦਾਲਤ ਨੇ ਦੋਹਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਅਤੇ ਮੁਲਜ਼ਮਾਂ ਨੂੰ 21 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੁੱਛ ਗਿੱਛ ਲਈ
ਤੀਜੀ ਵਾਰੀ 1 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ। ਤੇ ਸੁਰੱਖਿਆ ਦੇ ਤਹਿਤ ਰੇਣੂ ਗੋਇਲ ਦੀ ਦਸੂਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਪੁਲਿਸ ਨੂੰ ਮੁਲਜ਼ਮ ਉਹਨਾਂ ਦੇ ਵਿੱਚ ਸੁਰਪ੍ਰੀਤ ਸਿੰਘ ਅਤੇ ਉਸਦੇ ਦਾਦੇ ਸੁਰਜੀਤ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਗੁਰਦਾਸਪੁਰ ਭੇਜਣ ਦੇ ਹੁਕਮ ਦਿੱਤੇ ਸੀ। ਪੁਲਿਸ 7 ਦਿਨਾਂ ਦੀ ਪੁੱਛਗਿੱਛ ਤੇ ਜਦੋਂ ਉਹਨੂੰ ਪੁੱਛਿਆ ਗਿਆ, ਕਹਿੰਦੇ ਸਾਨੂੰ ਤਸੱਲੀ ਹੈ। ਜਾਣਕਾਰੀ ਮਿਲੀ ਹੈ ਕਿ ਅਗਲੇ 2 ਦਿਨਾਂ 'ਚ ਕੇਸ ਦਾ ਚਲਾਨ ਪੇਸ਼ ਕਰਨ ਦੀ ਸੰਭਾਵਨਾ ਹੈ। ਤੇ ਅਪੋਸਟ ਸੂਚਨਾ ਇਹ ਵੀ ਮਿਲ ਰਹੀ ਹੈ ਕਿ 29 ਅਕਤੂਬਰ ਨੂੰ ਦੁਪਹਿਰ ਵੇਲੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਪਿੰਡ ਜਲਾਲਪੁਰ ਦਾ ਦੌਰਾ ਕਰਨਗੇ, ਪੀੜਤ ਪਰਿਵਾਰ ਨੂੰ ਮਿਲਣਗੇ ਤਾਂ ਕਿ ਪਤਾ ਲੱਗ ਸਕੇ ਕਿ ਪੀੜਤ ਪਰਿਵਾਰ ਕੀ ਚਾਹੁੰਦਾ ਹੈ। ਕਿਉਂਕਿ ਇਸ ਦਰਦਨਾਕ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਟਵੀਟ ਵੀ ਕੀਤਾ ਸੀ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਇਸ ਘਟਨਾ ਦੇ ਵਿੱਚ ਫੌਰੀ ਤੌਰ ਤੇ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਸੀ। ਜਲਦੀ ਤੋਂ ਜਲਦੀ ਚਲਾਨ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਸੀ। ਇਹ ਵੀ ਕਿਹਾ ਸੀ ਕਿ ਫਾਸਟ ਟਰੈਕ ਅਦਾਲਤ ਦੇ ਵਿੱਚ ਇਹ ਕੇਸ ਚੱਲੇ। ਇਹ ਬੱਚੀ ਨਾਲ ਸਿਰਫ ਜ਼ਬਰ ਹੀ ਨਹੀਂ ਸੀ ਹੋਇਆ, ਬਾਅਦ ਦੇ ਵਿੱਚ ਬੱਚੀ ਦੀ ਅੱਧ ਸੜੀ ਲਾਸ਼ ਵੀ ਮਿਲੀ ਸੀ ਤੇ ਬਾਅਦ ਦੇ ਵਿੱਚ ਕਿਸੇ ਕਿਸਾਨ ਦੀ ਹਵੇਲੀ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਉੱਥੋਂ ਹੀ ਅੱਧ ਸੜੀ ਲਾਸ਼ ਨੂੰ ਬਰਾਮਦ ਕੀਤਾ ਗਿਆ ਸੀ। ਤੇ ਸੀਸੀਟੀਵੀ ਕੈਮਰੇ ਦੇ ਵਿੱਚ ਬਾਅਦ ਦੇ ਵਿੱਚ ਇੱਕ ਫੁਟੇਜ ਜਦੋਂ ਹੱਥ ਲੱਗੀ, ਪਤਾ ਲੱਗ ਰਿਹਾ ਸੀ ਕਿ ਨੌਜਵਾਨ ਬੱਚੀ ਨੂੰ ਉਂਗਲ ਲਾ ਕੇ ਸੁੰਨਸਾਨ ਰਾਹ ਦੇ ਵਿੱਚ ਲਿਜਾ ਰਿਹਾ ਸੀ। ਅਗਲੀ ਖਬਰ, ਇਹ ਵੀ ਖਬਰ ਤੁਹਾਡੇ ਸ਼ਾਇਦ ਹਾਲੇ ਚਿੱਤ ਚੇਤਿਆਂ 'ਚ ਹੋਣੀ ਹੈ। ਕੁਝ ਦਿਨ ਪਹਿਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ 2 ਪਿੰਡਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਬੇਅਦਬੀ ਕਰਨ ਵਾਲੇ ਮੁਲਜ਼ਮ ਸਹਿਜਵੀਰ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ। ਮੁਲਜ਼ਮ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਪਹਿਲੀ ਨਹੀਂ ਸਗੋਂ ਤੀਸਰੀ ਪੇਸ਼ੀ ਸੀ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ। ਉਹ ਕਹਿੰਦੇ ਮੁਲਜ਼ਮ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ 26 ਅਕਤੂਬਰ ਨੂੰ ਮਾਨਯੋਗ ਅਦਾਲਤ ਵਿੱਚ ਦਰਖਾਸਤ ਦਿੱਤੀ ਗਈ ਸੀ। ਮਾਨਯੋਗ ਜੱਜ ਸਾਹਿਬ ਵੱਲੋਂ ਖੁਦ CIA ਸਟਾਫ ਜਾ ਕੇ ਦੋਸ਼ੀ ਦੀ ਸਹਿਮਤੀ ਅਤੇ ਪੁਲਿਸ ਦੀ ਕੀਤੀ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਦਰਖਾਸਤ ਨੂੰ ਮਨਜ਼ੂਰ ਕਰ ਲਿਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਮੁਦਈ ਅਤੇ ਵਕੀਲ ਸਾਹਿਬਾਨ ਵੱਲੋਂ ਇਸ ਮਾਮਲੇ ਦੇ ਉੱਤੇ ਤਸੱਲੀ ਨਹੀਂ ਪ੍ਰਗਟਾਈ ਗਈ। ਐਡਵੋਕੇਟ ਧਾਰਨੀ ਨੇ ਦੋਸ਼ੀ ਦਾ ਸਹੀ ਟੈਸਟ ਕਰਵਾਉਣ ਲਈ 2 ਦਰਖਾਸਤਾਂ ਅਦਾਲਤ ਵਿੱਚ ਮੁਲਜ਼ਮ ਦਾ ਨਾਰਕੋ ਐਨਾਲਿਸਿਸ ਟੈਸਟ ਅਤੇ P300 ਬ੍ਰੇਨ ਮੈਪਿੰਗ ਟੈਸਟ ਕਰਵਾਉਣ ਵਾਸਤੇ ਵੀ ਦਰਖਾਸਤ ਪੇਸ਼ ਕੀਤੀ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਇਸੇ ਮਹੀਨੇ ਦੀ ਭਾਵ 12 ਅਕਤੂਬਰ ਨੂੰ ਇਸ ਨੌਜਵਾਨ ਨੇ ਪਿੰਡ ਤਰਖਾਣ ਮਾਜਰਾ ਅਤੇ ਪਿੰਡ ਜੱਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਹਦੇ ਤੋਂ ਬਾਅਦ ਵਕੀਲ ਭਾਈਚਾਰੇ ਨੇ, ਸਮੁੱਚੇ ਵਕੀਲ ਭਾਈਚਾਰੇ ਨੇ ਇਸ ਮੁਲਜ਼ਮ ਦਾ ਕੇਸ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸੋ ਹੁਣ ਉਹਦੇ ਵਾਸਤੇ ਵਕੀਲ ਭਾਈਚਾਰੇ ਨੂੰ 4 ਚਫੇਰਿਓਂ ਵਾਹਵਾ ਮਿਲੀ ਸੀ, ਸ਼ਾਬਾਸ਼ ਮਿਲੀ ਸੀ। ਪਰ ਇੱਕ ਗੱਲ ਜ਼ਰੂਰ ਹੈ, ਕਿਤੇ ਨਾ ਕਿਤੇ ਜਿਸ ਤਰ੍ਹਾਂ ਤਸੱਲੀ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਰਿਹਾ, ਵਕੀਲ ਸਾਹਿਬ ਵੀ ਆਖ ਰਹੇ ਨੇ ਕਿ ਸਾਨੂੰ ਕੋਈ ਸੰਤੁਸ਼ਟੀ ਨਹੀਂ ਹੈ ਹਾਲੇ ਤੱਕ ਇਸ ਮਾਮਲੇ ਦੇ ਵਿੱਚ, ਕਿਤੇ ਨਾ ਕਿਤੇ ਦਾਲ 'ਚ ਕਾਲਾ ਲੱਗਦਾ ਹੈ। ਕਾਰਨ ਇਹ ਹੈ ਕਿ ਲਾਈ ਡਿਟੈਕਟਰ ਦੀ ਵੀ ਮੰਗ ਕੀਤੀ ਗਈ ਹੈ ਕਿ ਤੁਸੀਂ ਦੇਖੋ ਕਿ ਨਾਭੇ ਤੋਂ ਦੱਸਿਆ ਜਾ ਰਿਹਾ ਕਿ ਨੌਜਵਾਨ ਨਸ਼ੇੜੀ ਹੈ। ਪਟਿਆਲੇ ਦੇ ਕਿਸੇ ਹਸਪਤਾਲ ਦੇ ਵਿੱਚ ਉਹ ਦਵਾਈ ਲੈਣ ਗਿਆ। ਪਟਿਆਲੇ ਤੋਂ ਜੱਲੇ ਤੇ ਤਰਖਾਣ ਮਾਜਰੇ ਪਹੁੰਚਿਆ ਕੀ ਕਰਨ? ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਸੀ ਕਿ ਨੌਜਵਾਨ ਨੇ ਕਿਹਾ ਸੀ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਹੈ। ਉਹ ਤਾਂ ਅਚਨਚੇਤ ਨੂੰ ਖਿਆਲ ਆਇਆ, ਗ੍ਰੰਥੀ ਪਿੱਛੇ ਗਿਆ ਤੇ ਉਹਨੇ ਵੇਖਿਆ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਤੇ ਅੰਗ ਪਾੜ ਦਿੱਤੇ ਹੈ। ਬਾਅਦ ਦੇ ਵਿੱਚੋਂ ਹੱਥੋਂ ਪਾਈ ਹੋਏ ਗ੍ਰੰਥੀ ਸਿੰਘ ਤੇ ਉਸਦੇ ਬਾਪ ਨੇ, ਪਿਤਾ ਨੇ, ਦੋਵਾਂ ਨੇ ਉਸ ਨੂੰ ਦਬੋਚਿਆ ਤੇ ਪਿੰਡ ਦੇ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਗਈਆਂ। ਪਿੰਡ ਦੇ ਲੋਕ ਮੌਕੇ ਤੇ ਪਹੁੰਚੇ, ਉਸ ਦੀ ਧੂ ਘੜੀਸ ਕੀਤੀ, ਕੁੱਟਮਾਰ ਵੀ ਕੀਤੀ ਤੇ ਬਾਅਦ ਦੇ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਫਿਰ ਪੁਲਿਸ ਨੇ ਦੱਸਿਆ ਸੀ ਕਿ ਅਸੀਂ ਉਹਦੀ ਜੇਬ ਦੀ ਤਲਾਸ਼ੀ ਲਈ ਹੈ। ਤਲਾਸ਼ੀ ਦੇ ਵਿੱਚੋਂ ਇੱਕ ਪਟਿਆਲੇ ਦੇ ਹਸਪਤਾਲ ਦੀ ਪਰਚੀ ਮਿਲੀ ਹੈ ਜਿਸ ਦੇ ਉੱਤੋਂ ਸਿੱਧ ਹੁੰਦਾ ਕਿ ਇਹ ਨੌਜਵਾਨ ਨਸ਼ੇੜੀ ਹੈ। ਬਾਅਦ ਦੇ ਵਿੱਚ ਉਸਦੇ ਬਾਪ ਨੇ ਤਸਦੀਕ ਕੀਤਾ ਸੀ ਕਿ ਬਿਲਕੁਲ ਮੇਰਾ ਮੁੰਡਾ ਨਸ਼ੇੜੀ ਵੀ ਹੈ। ਲਗਭਗ ਸਾਲ ਹੋ ਗਿਆ ਪਟਿਆਲੇ ਦੀ ਇੱਕ ਡਾਕਟਰ ਤੋਂ ਇਹ ਦਵਾਈ ਲੈ ਰਿਹਾ ਹੈ। ਇਹ ਦਵਾਈ ਲੈਣ ਗਿਆ ਸੀ ਪਰ ਪਤਾ ਨਹੀਂ ਜੱਲੇ ਅਤੇ ਤਰਖਾਣ ਮਾਜਰੇ ਦਾ ਇਹਨੂੰ ਸੁਪਨਾ ਕਿੱਥੋਂ ਆ ਗਿਆ। ਹੁਣ ਹੈਰਾਨੀ ਦੀ ਹੱਦ ਇਸ ਕਰਕੇ ਹੈ ਕਿ ਹਰੇਕ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਸਥਿਤ ਹੈ, ਮੌਜੂਦ ਨੇ। ਕੀ ਇਸ ਨੂੰ ਪਟਿਆਲੇ ਤੋਂ ਜੱਲੇ ਤੇ ਤਰਖਾਣ ਮਾਜਰੀ ਜਾਣ ਦਾ ਸਬੱਬ ਕਿਉਂ ਲੱਗਿਆ? ਹੁਣ ਇਸ ਚੀਜ਼ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਜਾਣਕਾਰੀਆਂ ਚੰਗੀਆਂ ਲੱਗੀਆਂ ਹੋਣਗੀਆਂ। ਸੋ ਅੱਜ ਦੇ ਸਮੇਂ ਦੀ ਸਮਾਪਤੀ ਹੈ। ਕੱਲ ਫਿਰ ਕਿਸੇ ਨਵੇਂ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ।
ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰੱਖਾ।